सतगुर की जिसनों मत आवे सो सतगुर माहे समाना। एह बाणी जो जीओ जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारै। बाणी बिरलो विचारसी जे को गुरमुख होए। एह बाणी महापुरख की निज कर वास होए। मारो महला तीजा गुर सेवा ते सब किछ पाए। हाँ मैं मेरा आप गवाए। आपे कृपा करे सुख दाता गुर कै शब्द सोहाहे। गुर का शब्द अमृत है बाणी। आनंदिन हर का नाम वखाणी। हर हर सच्चा वसै घट अंतर सो घट निर्मलता है। सेवक सेवे शब्द सलाहे सदा रंग राते हर गुण गावे। आपे बख्शे शब्द मिलाए परमल वास मनता है। शब्दे अकथ कथे सालाहे। मेरे प्रभ साचे वे परवाहे। आपे गुण दाता शब्द मिलाए। शब्द कार शब्द का रसता है
मन मुख भूला ठौर न पाए, जो तुर लिखिया सो कर्म कमाए। बिखिया राते बिखिया खोजै, मार जन्म दुख ताहे। आपे आप सलाहे, तेरे गुण प्रभ तुझ ही माहे। तू आप सच्चा तेरी बाणी सच्ची। आपे अलख अथाह है, बिन गुर दाते कोई ना पाए। लाख कोटि जे कर्म कमाए, गुर कृपा ते कट अंतर वसिया। शब्द सच सलाह है, से जन मिले तुर आप मिलाए। साची बाणी शब्द सुहाए, नानक जन गुण गावे नित साचे। गुण गावे गुणी समाहे, से जन मिले तुर आप मिलाए। साची बाणी शब्द सुहाए, नानक जन गुण गावे नित साचे। गुण गावे गुणी समाहे। वाहिगुरु जी का खालसा, वाहिगुरु जी की फतेह। इस शब्द दे 16 पदे हैं। पहले 8 बंदां दी विचार आपां कल सरवण कीती सी, जो अज पाठ आप जी ने सरवण कीता है। इस दी विचार भाई सरबजीत सिंह जी लुधियाने वाले आप जी नूं सरवण करवाउणगे। 2 दिन का उन्हां दा साडे पास समा है। अज उन्हां दी वदैगी भी है। संगत वालों प्रबंधक सेवादारां वालों भाई साहब जी का बहुत बहुत धन्यवाद। भाई जैता जी, भाई जीवन सिंह जी, जो गुरु तेग बहादुर साहब महाराज का सीस लैके चांदनी दे चौक तो आनंदपुर साहब गए सन। गुरु कलगीधर पातशाह जी ने रंगरेटा गुरु का बेटा कह के गल लाया सी। उन्हां दे जन्म दिहाड़े दे संबंध विच महान चेतना मार्च अज गुरुद्वारा साहब मजनू का टिला तो आरंभ हो के गुरुद्वारा सीसगंज साहब पहुंचेगा। ये मार्च हर साल अमृतसर साहब तो आरंभ होंदा है।
ਦਿੱਲੀ ਪਹੁੰਚਦਾ ਹੈ। ਸੋ ਅੱਜ ਇਸ ਮਾਰਚ ਦਾ ਸਵਾਗਤ ਕਰਨ ਵਾਸਤੇ, ਜੀ ਆਇਆਂ ਕਹਿਣ ਵਾਸਤੇ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਸੀਸ ਗੰਜ ਸਾਹਿਬ ਜ਼ਰੂਰ ਹਾਜ਼ਰੀਆਂ ਭਰੋ। ਗੁਰੂ ਲਾਦੋਰੇ ਸਮਾਗਮ ਜੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਰਿਚਮੰਡ ਹਿੱਲ ਨਿਊਯਾਰਕ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਤੋਂ ਆਰੰਭ ਕੀਤਾ। ਇਸ ਸਾਲ 13 ਤਰੀਕ ਨੂੰ ਇਸੇ ਸਥਾਨ ਤੇ ਬੰਗਲਾ ਸਾਹਿਬ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ 11:45 ਵਜੇ ਤੱਕ ਹੋਵੇਗਾ। ਇਸ ਸਮਾਗਮ ਦੇ ਵਿੱਚ 4 ਮੁੱਖ ਜਥੇ ਹੀ ਹਾਜ਼ਰੀ ਭਰਨਗੇ। ਸਾਰਾ ਪ੍ਰੋਗਰਾਮ PTC ਚੈਨਲ ਤੋਂ ਲਾਈਵ ਟੈਲੀਕਾਸਟ ਹੋਵੇਗਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਦੂਸਰਾ ਸਾਲ ਹੈ ਸਮਾਗਮ ਦਾ। ਬਾਬਾ ਮੱਖਣ ਸ਼ਾਹ ਜੀ ਲਬਾਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਲੱਭਿਆ, ਭਾਈ ਲੱਖੀ ਸ਼ਾਹ ਜੀ ਵਣਜਾਰਾ ਜਿਨ੍ਹਾਂ ਨੇ ਆਪਣਾ ਘਰ ਭੇਟਾ ਕਰਕੇ ਸਤਿਗੁਰਾਂ ਦੇ ਧੜ ਦਾ ਸੰਸਕਾਰ ਕੀਤਾ। ਇਹਨਾਂ ਦੋ ਮਹਾਨ ਗੁਰਸਿੱਖਾਂ ਦੀ ਮਿੱਠੀ ਯਾਦ ਵਿੱਚ ਇਹ ਸਮਾਗਮ ਹੈ। ਆਪ ਜੀ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਹੀ, ਕਿਰਪਾ ਕਰੋ ਦੀਨ ਕੇ ਦਾਤੇ, कोट पराध हमारे खंडो, अनेक विधि समझावो, हम अज्ञान अल्प मत थोरी, तुम आपन विरद रखावो, परम सन्मानी योग जुगो जुग टल चवर छत्र तख्त दे मालिक ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਏ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸੰਸਾਰਿਕ ਪਦਾਰਥਵਾਦੀ ਮਾਹੌਲ ਵਿੱਚੋਂ ਸਮਾਂ ਕੱਢ ਕੇ ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਕੇ ਰੋਜ਼ਾਨਾ ਦੀ ਤਰ੍ਹਾਂ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਲੜੀਵਾਰ ਗੁਰਸ਼ਬਦ ਵਿਚਾਰ ਦੇ ਤਹਿਤ ਬਹੁਤ ਹੀ ਪਿਆਰ ਦੇ ਨਾਲ
ਅਗਲੇ 8 ਪਦਿਆਂ ਦਾ ਪਾਵਨ ਗੁਰਬਾਣੀ ਜਾਪ ਪਾਠ ਦੇ ਰੂਪ ਵਿੱਚ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮਾਰੂ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 1056 ਤੇ 57 ਉੱਤੇ ਸੁਭਾਇਮਾਨ ਹੈ। ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅਗਲੇ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਦੀ ਸੇਵਾ ਦੇ ਰਾਹੀਂ ਹੀ ਸੇਵਕ ਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ, ਪਰ ਇੱਕ ਸ਼ਰਤ ਹੈ ਕਿ ਉਹ ਸੇਵਾ ਕਰਨ ਵਾਲਾ ਆਪਣੀ ਹਉਮੈ ਦਾ, ਆਪਣੇ ਆਪੇ ਦਾ ਤਿਆਗ ਕਰੇ। ਜਿੰਨੀ ਦੇਰ ਕੀਤੇ ਹੋਏ ਕਰਮ ਦਾ ਅਹੰਕਾਰ ਹੈ, ਉਨੀ ਦੇਰ ਉਹ ਕੀਤਾ ਹੋਇਆ ਕਰਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਪ੍ਰਵਾਨ ਨਹੀਂ ਹੁੰਦਾ। ਫਿਰ ਮਹਾਰਾਜ ਜੀ ਬਖਸ਼ਿਸ਼ ਕਰਦੇ, ਇਹ ਹਉਮੈ ਮਨੁੱਖ ਤੋਂ, ਜਿਸ ਨੇ ਵੀ ਸੰਸਾਰ ਦੇ ਅੰਦਰ ਸਰੀਰ ਧਾਰਿਆ ਹੈ, ਉਸ ਦੇ ਅੰਦਰ ਹਉਮੈ ਨੇ ਪ੍ਰਵੇਸ਼ ਕੀਤਾ ਹੈ। ਉਹਨੂੰ ਆਪੇ ਆਪ ਵਿੱਚ ਆਪਣੇ ਮੂਲ ਹੋਣ ਤੇ ਅਹੰਕਾਰ ਰਿਹਾ, ਤਾਂ ਇਸ ਹਉਮੈ ਤੋਂ ਛੁਟਕਾਰਾ ਮਨੁੱਖ ਦਾ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਗੁਰੂ ਦੀ ਕਿਰਪਾ ਤੋਂ ਬਗੈਰ ਮਨੁੱਖ ਦੇ ਅੰਦਰੋਂ ਹਉਮੈ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇੱਕ ਸਥੂਲ ਹਉਮੈ ਹੈ ਜੋ ਕਈ ਵਾਰ ਚਿਹਰੇ ਔਰ ਸ਼ਬਦਾਂ ਤੋਂ ਝਲਕਦੀ ਹੈ। ਇੱਕ ਸੂਖਮ ਹਉਮੈ ਹੈ ਜੋ ਮਨੁੱਖ ਦੇ ਦਾਸ ਕਹਿਣ ਵਿੱਚ ਵੀ ਹਉਮੈ ਅੰਦਰੋਂ ਉਸ ਨੂੰ ਕਾਲ ਖਿਲਾ ਜਾਂਦੀ ਹੈ। ਆਓ ਸਤਿਗੁਰੂ ਜੀ ਦੇ ਪਾਵਨ ਸ਼ਬਦ ਵਿੱਚ ਇੱਕ ਵਾਰ ਸੁਰਤ ਜੋੜੀਏ। ਜਿੰਨੇ ਵੀ ਸਰੀਰ ਜੁੜ ਬੈਠੇ ਹੋ, ਆਪੋ ਆਪਣੇ ਭਾਗਾਂ ਨੂੰ ਹੋਰ ਭਾਗਸ਼ਾਲੀ ਬਣਾਓ। ਸਰੀਰ ਦੇ ਨਾਲ ਨਾਲ ਸੁਰਤੀ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਸਕੇ। ਇੱਕ ਵਾਰ ਪਿਆਰ ਸਹਿਤ ਦੋਵੇਂ ਹੱਥ ਜੋੜ ਉਚਾਰਨ ਕਰੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਦੋ ਕੰਮ ਸਭ ਤੋਂ ਔਖੇ ਕਹੇ ਨੇ। ਇੱਕ ਕੰਮ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਹਿ ਕੇ ਨਾਮ ਜਪਣਾ। ਦੂਜਾ ਸਭ ਤੋਂ ਔਖਾ ਕੰਮ ਹੈ ਸੇਵਾ ਕਰਨੀ। ਹੁਣ ਤੁਸੀਂ ਕਹੋਗੇ ਔਖਾ ਕੰਮ ਕਿਵੇਂ ਆ? ਇੱਕ ਚੀਜ਼ ਧਿਆਨ ਵਿੱਚ ਰੱਖਿਓ, ਕੋਈ ਕੰਮ ਕਰਨਾ ਸੌਖਾ ਹੈ। ਕਿਸੇ ਮਨੁੱਖ ਨੂੰ ਕਹੋ 1-2 ਘੰਟੇ ਬਹਿ ਕੇ ਜਾਪ ਕਰਨਾ, ਤੇ ਉਹ ਕਿਸੇ ਮਜਬੂਰੀ ਬਸ, ਕਿਸੇ ਲਾਲਚ ਬਸ 1-2 ਘੰਟੇ ਬਹਿ ਕੇ ਜਾਪ ਕਰ ਸਕਦਾ ਹੈ। ਉਹਦੇ ਵਾਸਤੇ ਕੰਮ ਕਰਨਾ ਸੌਖਾ ਹੈ। ਪਰ ਜੇ ਕਿਸੇ ਨੂੰ ਕਹੋ ਕਿ ਖਾਲੀ ਤੂੰ ਸਿਰਫ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਅੰਤਰ ਆਤਮੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਤਾਂ ਇਹ ਸਭ ਤੋਂ ਔਖਾ ਕੰਮ ਹੈ। ਕਿਉਂਕਿ ਕੋਈ ਕੰਮ ਜਿਹਦੇ ਵਿੱਚ ਸਰੀਰ ਦੀ ਐਕਟੀਵਿਟੀ ਹੁੰਦੀ ਹੋਵੇ, ਉਹ ਕੰਮ ਕਰਨੇ ਕਈ ਵਾਰ ਸੌਖੇ ਨੇ, ਤੇ ਜਿਹੜੇ ਕੰਮ ਲਈ ਤੁਸੀਂ ਬੈਠੇ ਹੋ ਸੁਰਤੀ ਕਰਕੇ ਸੁਣਨਾ, ਸੁਰਤੀ ਕਰਕੇ ਸਿਮਰਨਾ, ਇਹ ਸਭ ਤੋਂ ਔਖਾ ਹੈ। ਦੂਜਾ ਮਹਾਰਾਜ ਨੇ ਕਿਹਾ ਸੇਵਾ ਕਰਨੀ ਔਖੀ ਹੈ। ਤਨ ਕਰਕੇ ਬਰਤਨ ਮਾਂਜਣੇ ਔਖੇ ਨਹੀਂ, ਸਰੀਰ ਕਰਕੇ ਝਾੜੂ ਦੇਣਾ ਔਖਾ ਨਹੀਂ, ਪਰ ਉਹ ਸੇਵਾ ਕਰਦਿਆਂ ਆਪੇ ਦਾ ਤਿਆਗ ਕਰਨਾ, ਅਹੰਕਾਰ ਹਉਮੈ ਦਾ ਤਿਆਗ ਕਰਨਾ, ਇਹ ਸਭ ਤੋਂ ਕਠਿਨ ਕੰਮ ਹੈ। ਤਾਈਓ ਮਹਾਰਾਜ ਨੇ ਪਹਿਲਾ ਕੰਮ ਕਿਹਾ, ਆਖਣ ਔਖਾ ਸਾਚਾ ਨਾਉ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸੁਰਤੀ ਕਰਕੇ ਆਖਣਾ, ਬਹਿਣਾ ਸੰਗਤ ਵਿੱਚ ਬਹੁਤ ਔਖਾ ਹੈ। ਦੂਜਾ ਫਿਰ ਮਹਾਰਾਜ ਨੇ ਕਿਹਾ, ਸਤਿਗੁਰ ਕੀ ਸੇਵਾ ਗਖੜੀ, ਸਿਰ ਦੀਜੈ ਆਪ ਗਵਾਏ। ਦੂਜਾ ਔਖਾ ਕੰਮ ਹੈ ਸਤਿਗੁਰੂ ਦੀ ਸੇਵਾ ਕਰਨੀ, ਜਿਹਦੇ ਵਿੱਚ ਸਿਰ ਦੀਜੈ ਆਪ ਗਵਾਏ ਦਾ ਅਰਥ ਹੈ
ਮਨੁੱਖ ਨੂੰ ਆਪਾ ਗਵਾਉਣਾ ਪੈਂਦਾ ਹੈ। ਕਰਮ ਕਰਨ ਤੋਂ ਬਾਅਦ ਆਪਣੇ ਆਪ ਨੂੰ ਵਿੱਚੋਂ ਕੱਢਣਾ ਪੈਂਦਾ ਹੈ। ਜਿਹੜੇ ਲੋਕ ਕਰਮ ਕਰਕੇ ਆਪਣੇ ਆਪ ਨੂੰ ਵਿੱਚ ਸ਼ਾਮਲ ਰੱਖਦੇ ਨੇ, ਕਈ ਵਾਰ ਉਹਨਾਂ ਦਾ ਕਰਮ ਕੀਤਾ ਹੋਇਆ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ। ਮਹਾਰਾਜ ਨੇ ਸਹੌਮੇ ਨੂੰ ਇੰਨਾ ਵੱਡਾ ਰੂਪ ਕਿਹਾ ਬਾਣੀ ਅੰਦਰ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਹੰਕਾਰ ਜਿਹੜਾ ਹੈ ਇਹ ਸਭ ਤੋਂ ਅਖੀਰ ਉੱਤੇ। ਤਾਂ ਹਜ਼ੂਰ ਨੇ ਕਿਹਾ ਚੌਂ ਨੂੰ ਜਿੱਤਣਾ ਕਈ ਵਾਰ ਸੌਖਾ ਹੈ। ਹਾਲਾਂਕਿ ਤਾਂ ਮਹਾਰਾਜ ਨੇ ਬਾਣੀ ਅੰਦਰ ਪੰਜਾਂ ਨੂੰ ਮਹਾਬਲੀ ਕਿਹਾ ਕਿ ਜਿੱਤਣਾ ਬਹੁਤ ਔਖਾ ਹੈ। ਵੱਡੇ ਵੱਡੇ ਸੂਰਵੀਰ ਯੋਧੇ, ਚੌਂ ਵਰਨਾਂ ਦੇ ਸ੍ਰੇਸ਼ਟ ਬੰਦੇ ਇਸ ਕਾਮ, ਕ੍ਰੋਧ, ਲੋਭ, ਅਹੰਕਾਰ ਨੂੰ ਜਿੱਤ ਨਹੀਂ ਸਕੇ। ਪਰ ਮਹਾਰਾਜ ਨੇ ਜਦੋਂ ਅਹੰਕਾਰ ਦੀ ਗੱਲ ਕੀਤੀ ਤੇ ਬਾਣੀ ਅੰਦਰ ਕਿਹਾ ਤੇਰੇ ਜਨਮ ਤੇ ਮਰਨ ਦਾ ਕਾਰਨ ਹੀ ਅਹੰਕਾਰ ਹੈ। हे ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹਉਮੈ ਕਰਕੇ ਤੇਰੀ ਆਤਮਾ ਪਾਪਾਂ ਨਾਲ ਭਰ ਜਾਂਦੀ ਹੈ। ਹਰ ਸ਼ੁਭ ਕਰਮ ਵਿੱਚ ਤੈਨੂੰ ਹਉਮੈ ਆਉਂਦੀ ਹੈ, ਕਿਉਂਕਿ ਮਾੜੇ ਕਰਮ ਵਿੱਚ ਤੇ ਹਉਮੈ ਹੈ ਹੀ ਨਹੀਂ ਕੋਈ। ਮਾੜੇ ਕਰਮ ਨੂੰ ਖਾਣ ਵਾਸਤੇ ਸ਼ੁਭ ਕਰਮ ਚਾਹੀਦਾ ਹੈ, ਧਰਮ ਕਰਮ ਚਾਹੀਦਾ ਹੈ। ਔਰ ਮਨੁੱਖ ਨੂੰ ਪਾਪ ਕਰਮ ਵਿੱਚ ਹਉਮੈ ਨਹੀਂ, ਧਰਮ ਕਰਮ ਵਿੱਚ ਹਉਮੈ ਪੈਦਾ ਹੁੰਦੀ ਹੈ। ਇਸ ਲਈ ਮਹਾਰਾਜ ਜੀ ਨੇ ਕਿਹਾ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ। ਇਸ ਧਰਤੀ ਤੇ ਜਿਹਨੇ ਵੀ ਜਨਮ ਲਿਆ ਹੈ ਉਸ ਦੇ ਅੰਦਰ ਕਾਲ ਪੁਰਖ ਵਾਹਿਗੁਰੂ ਨੇ ਹਉਮੈ ਪਾਈ ਹੈ। ਉਹ ਸੂਖਮ ਸਥੂਲ ਰੂਪ ਵਿੱਚ ਕਿਤੇ ਨਾ ਕਿਤੇ ਟਿਕੀ ਰਹਿੰਦੀ ਹੈ। ਉਹ ਨਿਰਮਾਣਤਾ ਵਿੱਚ ਕਈ ਵਾਰ ਦਾਸ ਕਹਿਣ ਵਿੱਚ ਵੀ ਹਉਮੈ ਹੈ। ਤਾਂ ਮਹਾਰਾਜ ਨੇ ਬਚਨ ਕਹੇ ਇਹ ਸਾਰਿਆਂ ਅੰਦਰ ਹੈ। ਕੌਣ ਹੈ ਜੋ ਕਾਜਲ ਦੀ ਕੋਠੜੀ ਵਿੱਚ ਵੜੇ ਤੇ ਉਹਨੂੰ ਕਾਲਕ ਨਾ ਲੱਗੇ? ਕੌਣ ਹੈ ਜੋ ਸੰਸਾਰ ਵਿੱਚ ਆਏ ਤੇ ਉਹਨੂੰ ਅਹੰਕਾਰ ਨਾ ਪੈਦਾ ਹੋਵੇ? ਕੋਲ ਪਦਾਰਥ ਨਾ ਵੀ ਹੋਣ, 4 ਦਿਨ ਸਰੀਰ ਉੱਤੇ ਜਵਾਨੀ ਆਉਂਦੀ ਹੈ, ਮਨੁੱਖ ਕਲਰ ਟੰਗ ਕੇ ਜ਼ਰੂਰ ਘੁੰਮਦਾ ਹੈ। ਪਦਾਰਥ ਨਾ ਵੀ ਹੋਣ ਤਾਂ ਵੀ ਸਰੀਰ ਦੇ ਬਲ ਹੋਣ ਦੀ, ਜੋਬਨ ਹੋਣ ਦਾ ਅਹੰਕਾਰ ਹੈ। ਤਾਂ ਮਹਾਰਾਜ ਨੇ ਕਿਹਾ ਕੌਣ ਇਹ ਤੋਂ ਬਚਦਾ ਹੈ? ਫਿਰ ਸੁਣਿਓ ਕਿਹਦੇ ਤੇ ਕਿਰਪਾ ਹੁੰਦੀ। ਤਾਂ ਮਹਾਰਾਜ ਨੇ ਕਿਹਾ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ। ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹ। ਮਹਾਰਾਜ ਬਚਦਾ ਵੀ ਹੈ ਕੋਈ? ਤਾਂ ਹਜ਼ੂਰ ਨੇ ਕਿਹਾ ਗੁਰ ਰਾਖੇ ਸੇ ਉਬਰੇ ਸ਼ਬਦ ਨਿਵਾਰੀ ਭਾਹ। ਜਿਨ੍ਹਾਂ ਨੂੰ ਗੁਰੂ ਨੇ ਆਪਣਾ ਸ਼ਬਦ ਦੇ ਦਿੱਤਾ ਜਪਣ ਨੂੰ, ਉਹ ਸ਼ਬਦ ਹਿਰਦੇ ਵਿੱਚ ਜਿਵੇਂ ਜਿਵੇਂ ਵਸਦਾ ਗਿਆ ਤਿਵੇਂ ਤਿਵੇਂ ਹਿਰਦੇ ਵਿੱਚੋਂ ਹਉਮੈ ਅਹੰਕਾਰ ਨਾਸ਼ ਹੁੰਦਾ ਗਿਆ। ਇੱਕ ਕਵਿੱਤ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਬਹੁਤ ਪਿਆਰਾ ਹੈ। ਉਹ ਕਹਿੰਦੇ ਕਾਗਜ਼ ਦੀ ਕੀ ਤਾਕਤ ਹੈ ਕਿ ਪਾਣੀ ਦੇ ਸਾਹਮਣੇ ਜਿਉਂਦਾ ਰਹਿ ਜਾਏ। ਕਾਗਜ਼ ਉੱਤੇ ਪਾਣੀ ਡਿੱਗੇਗਾ ਉਹਨੇ ਵਸ਼ ਗਲਣਾ। ਮਨੁੱਖ ਦੀ ਕੀ ਤਾਕਤ ਹੈ, ਸੰਸਾਰ ਵਿੱਚ ਆਵੇ ਤੈਨੂੰ ਮੋਹ ਮਾਇਆ ਅਹੰਕਾਰ ਦੀ ਲੇਸ ਨਾ ਲੱਗੇ। ਤਾਂ ਮਹਾਰਾਜ ਨੇ ਕਿਹਾ ਇੱਕੋ ਹੀ ਤਰੀਕਾ ਹੈ, ਉਹ ਕਾਗਜ਼ ਪਾਣੀ ਦੇ ਸਾਹਮਣੇ ਜਿਉਂਦਾ ਨਹੀਂ ਰਹਿ ਸਕਦਾ। ਪਰ ਜੇ ਉਸ ਕਾਗਜ਼ ਨੂੰ ਕਿਤੇ ਘਿਓ ਦਾ ਥਿੰਦਾ ਲੱਗ ਜਾਏ, ਉਹ ਕਾਗਜ਼ ਪਹਿਲਾਂ ਘਿਓ ਵਿੱਚ ਡੁਬੋ ਦਿਓ, ਫਿਰ ਭਾਵੇਂ ਪਾਣੀ ਵਿੱਚ ਪਾ ਦਿਓ, ਗਲਦਾ ਨਹੀਂ। ਏਦਾਂ ਮਹਾਰਾਜ ਨੇ ਗੁਰਮੁਖਾਂ ਨੂੰ ਰਸਤਾ ਦੱਸਿਆ। ਜਿਹੜੇ ਰੱਬ ਦੇ ਘਰ ਪ੍ਰਵਾਨ ਹੋਏ ਗੁਰਮੁਖ ਜਨ, ਉਹਨਾਂ ਨੂੰ ਗੁਰੂ ਨੇ ਉਪਦੇਸ਼ ਪਹਿਲਾਂ ਸਮਝਾਇਆ। ਸਿੱਖਾ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਵਿੱਚ ਆਪਣਾ ਮਨ ਭਿਉਂ ਲਿਆ ਕਰ। ਸਾਰਾ ਦਿਨ ਵਿਸ਼ੇ ਵਿਕਾਰ, ਵਾਸ਼ਨਾਵਾਂ, ਈਰਖਾ, ਦਵੈਸ਼ ਵਿੱਚ ਨਹੀਂ ਸੜੇਗਾ, ਨਹੀਂ ਤੇ ਤ੍ਰਿਸ਼ਨਾ ਦੀ ਅੱਗ ਤੈਨੂੰ ਗਾਲ ਕੇ ਰੱਖ ਦੇਗੀ, ਨਹੀਂ ਤੇ ਮੋਹ ਮਾਇਆ ਦਾ ਇਹ ਜਲ ਤੈਨੂੰ ਗਾਲ ਦੇਗਾ। ਜੇ ਤੂੰ ਇਹ ਤੋਂ ਬਚਣਾ ਚਾਹੁੰਦਾ ਫਿਰ ਇੱਕੋ ਹੀ ਤਰੀਕਾ ਹੈ, ਆਪਣੇ ਮਨ ਨੂੰ ਉੱਠਦਿਆਂ ਸਾਰ ਗੁਰੂ ਦੇ ਸ਼ਬਦ ਨਾਲ ਜੋੜ। ਸ੍ਰੀਮਾਨ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ ਕਰਤਾਸ ਗਰ ਜਾਤ ਜਲ ਬੂੰਦ ਪਰੈ, ਕ੍ਰਿਤ ਸੰਬੰਧ ਜਲ ਮਦ ਸਾਵਧਾਨ ਹੈ। जैसे कोट पार तोल तनक चिरंग जरै, तेल मिल दीपक में बाती विद्यमान है। कॉटन दी की ताकत अग दे सामने जिउंदा रह जाए, पर तेल दी संगत मिल जाए तो कॉटन भी बच जाता है। भलिया तेरी कोई ताकत नहीं इन्हां विकारां दे सामने तू टिक सके। इक्को ही तरीका है, जे तू बचना चाहुंदा है फिर महाराज ने कहा गुर सतगुर का जो सिख खाए, वो की करे फिर सो भल के उठ हर नाम ध्यावे, उदम करे पल के बरभाती। महाराज ने कहा फिर दिने चढ़े तो गुरु की बाणी बह के गावे, उदम करे भल के बरभाती, स्नान करे अमृतसर नावे। का अर्थ है
ये ना होवे उठ के फिर आलसी बन के सौ जाए कि 10 मिनट रुक के सौने। तुहाडा तजर्बा रहना, लोग अलार्म लाउंदे ने, जागण तो बाद फिर मन विच आउंदा है 10 मिनट होर सौ ला, उस तो बाद जाग नहीं आउंदी, समा खुंझ जांदा है। तो महाराज ने बचन कहे, उदम करे बल के प्रभाती स्नान करे, अमृतसर नहावे फिर चढ़े दिवस गुरबाणी गावे। ये सब कुछ करने का रिजल्ट की होएगा? तो हजूर कहते सब किल विख दोख पाप लह जावे, ਉਹਦੇ जीवन विचों किल विख दोख पाप उतरने शुरू हो जाएंगे। जिहड़ा उठदियां सार गुरु के शब्द विच अपने मन नूं जोड़े, जदों संसार की नींद तो जाग खुले तो सिख का पहला कम फस्ट वर्क यह होना चाहिए, ओदी रसना ते आवे सतनाम श्री वाहिगुरु। फिर जिमें जिमें अंदरों शब्द नाल होमे दी महल कट्टी जाएगी, तिवें तिवें कीते होए ओदे सेवा दे कर्म प्रवान हुंदे जाणगे। एक दिन ओदे कोल रास पूंजी धन बहुत जुड़ जांदा है, जिहड़ा धन लोक विच भी सुख दिंदा है ते शरीर छड्डण तो बाद परलोक तक भी निभदा है। महाराज ने बाणी अंदर बचन कहा, शरीर तां गुरमुखां दा, साधु जनां दा, संत जनां दा, गुरसिखां दा, गुरसेवकां दा, आम संसार दे लोकां वर्गा ही है, पर वो शरीर धारी मनुख संसार दे अंदर शरीर विच रहिंदे संसारियां नालों अलग हो जाते हैं। वो कुछ अलग दिसते हैं। क्यों? उन्हां दे अंदरों अहंकार होमे दी मैल शब्द की बरकत नाल कट्टी जाती है। उन्हां दा जोड़ संसारियां नालों टुट जाता है। वो दुनिया नालों कुछ अलग दिसते हैं। जिन्हों महाराज ने कहा भगतां ते संसारियां जोड़ कदे ना आया। शरीर संसारियां वर्गा रहिंदा है, पर अंदर कोई तब्दीली हो जाती है, तसीर बदल जाती। तसीर एक बेनती मैं कई बार लाइव तो कही, बदाम दियां गिरियां सीधियां खाओ ना, सीधियां लैके मुल तो 200 ग्राम कोई गिरियां खा ले, ओदे मिद्धे विच कई बार गर्मी पै जाती। बच्चे नूं गिरियां सीधियां बदाम दियां खिला दो, गर्मी पै जाएगी मिद्धे। तो फिर लोग तरीका वरतते हैं, वो बदाम दियां गिरियां कुछ घंटे पानी विच भिओ दित्तियां, वो बदाम की तासीर बदल जाएगी। पानी विचों कड्डोगे दिसेगी उसे तरह की गिरी, पर अंदर की तासीर चेंज हो गई। जिन्हां दे मन के अंदर बाणी रच गई, शरीर संसारियां वर्गा दिसदा, तासीर चेंज हो जाती है। उन्हां दा विखना बदल जाता है, उन्हां दा बोलना बदल जाता है, उन्हां दी चाल विच फर्क पैंदा है। वो संसारियां विच मिक्स नहीं हुंदे। एक उदाहरण होर समझो, 2 बोतलों विच लेवल ना कोई लगा होवे तो रंग घोलिया होया पानी पिया, वो विखण नूं शरबत लगता है, कोई पछाण नहीं सकेगा शराब है कि शरबत है, क्योंकि लेवल ही कोई नहीं ऊपर। बोतल विच रंगीन पानी, ओदी कोई पहचान नहीं, ये शराब है कि शरबत है। पर जदों वो शराब किसी दे शरीर में जाती है तो पीण वाले की चाल बदल जाती है, ओदे बोलों में फर्क पैंदा है। लोग ओदे बोलन और चलन तो वेख के कहते हैं बंदा शराबी है। इदा इसे तरह संसार दे अंदर जिन्हां दे अंदर नाम दा रस कम कर जाता है, जिन्हां दे अंदर गुरु दा शब्द गुरु दी सेवा दी बरकत टिकदी है, जिन्हां दे अंदर गुरु दी कृपा बरत जाती है, उन्हां दी चाल तो बोलन तो विखण तो पता लगता है इनू कुछ हो गया है, ये बंदा बदल गया है। वो संसार नाल तालमेल सही नहीं बैठेगा। उन्होंने महाराज ने कहा भगतां की चाल निराली। की चाल निराली है? चलना निराली भगतां केरी, विखम मार्ग चलना, लब लोभ अहंकार तज तृष्णा, बहुत नाही बोलना। उन्हां दे बोलन वेखण तुरन सुनन विच फर्क पै जांदा है। एक चीज ख्याल करियो, उन्हां दी तासीर बदल जाती है। इतिहास विच एक बड़ी रोचक गल आई, मैं सिर्फ तुहाडा ध्यान दिवाउणा क्योंकि समा सीमित हुंदा है। धन गुरु नानक दे महाराज सच्चे पातशाह जी हजूर दे माता पिता मेहता कल्याण दास ते मां तृप्ता ने एक दिन घर विच गल कीती, साडे नानक नूं कुछ हो गया है, लगदा किसी ने कुछ कर दिता है। मां तृप्ता ने कहा जी किसी वैद नूं बुलाओ, नानक देव जी नूं दिखाइए कुछ ना कुछ गुरु नानक दे महाराज नूं हो गया है। एक ते दी भुख घट गई है, नींद घट गई है, जदों उठ के वेखीदा रात नूं जागदा हुंदा है, इनू खाना खाण लई कहिए
ਤੇ ਇਹਦੀ ਭੁੱਖ ਘਟ ਗਈ ਹੈ। ਅੱਗੇ ਰੱਜ ਕੇ ਭੋਜਨ ਛਕਦਾ ਸੀ, ਹੁਣ ਰੋਟੀ ਵੀ ਘੱਟ ਖਾਂਦਾ ਹੈ, ਨੀਂਦ ਵੀ ਘੱਟ ਹੈ, ਬੋਲਦਾ ਵੀ ਘੱਟ ਹੈ, ਬਾਹਰ ਕਿਸੇ ਵਿੱਚ ਜਾ ਕੇ ਨਾ ਬੱਚਿਆਂ ਵਿੱਚ ਖੇਡਦਾ ਤੇ ਨਾ ਕੋਈ ਗੱਲ ਕਰਦਾ, ਇਹ ਘਰ ਹੀ ਪਿਆ ਰਹਿੰਦਾ। ਕੁਝ ਹੋ ਗਿਆ ਹੈ। ਕਿਉਂਕਿ ਜਦੋਂ ਇਸ ਮਾਰਗ ਤੇ ਤੁਰੋਗੇ ਆਪਣੇ ਆਪ ਭੁੱਖ ਤੇ ਨੀਂਦ ਘਟੇਗੀ। ਮਾਫ ਕਰਿਓ, ਜਿਨ੍ਹਾਂ ਨੇ ਸਰੀਰ ਨਾਲ ਧੱਕਾ ਕਰਕੇ ਭੁੱਖ ਨੀਂਦ ਘਟਾਉਣ ਦੀ ਕੋਸ਼ਿਸ਼ ਕੀਤੀ, ਉਹ ਕਈ ਵਾਰ ਗਲਤ ਹੋ ਗਏ, ਬਿਮਾਰ ਹੋ ਗਏ। ਜਦੋਂ ਇੱਕ ਨੇਮ ਉੱਤੇ ਇੱਕੋ ਟਾਈਮ ਉੱਤੇ ਰੋਜ਼ ਉੱਠ ਕੇ ਗੁਰੂ ਦੇ ਸ਼ਬਦ ਸਿਮਰਨ ਵਿੱਚ ਕੋਈ ਰੂਹ ਜੁੜਦੀ ਹੈ, ਆਟੋਮੈਟਿਕ ਸਰੀਰ ਵਿੱਚ ਇਹ ਪ੍ਰਭਾਵ ਪੈਂਦਾ, ਉਹਦੀ ਨੀਂਦ ਵੀ ਘਟਦੀ ਹੈ ਤੇ ਖਿਆਲ ਕਰਿਓ ਉਹਦੀ ਭੁੱਖ ਵੀ ਘਟਦੀ ਹੈ। ਜਿਨ੍ਹਾਂ ਦਾ ਨੇਮ ਪੱਕ ਜਾਂਦਾ ਹੈ, ਉਹ ਰਾਤ 1 ਵਜੇ ਵੀ ਕਿਤੇੋਂ ਆ ਕੇ ਸੌਣ ਤਾਂ ਵੀ 3:30 4 ਵਜੇ ਦਿੱਤੇ ਟਾਈਮ ਉੱਤੇ ਜਾਗ ਖੁੱਲ ਜਾਏਗੀ, ਕਿਉਂਕਿ ਨੀਂਦ ਘਟ ਜਾਂਦੀ ਹੈ। ਨੇਮ ਵਿੱਚ ਪੈਦਾ ਹੋਇਆ ਪ੍ਰੇਮ ਆਪਣੇ ਆਪ ਸਰੀਰ ਤੇ ਇਫੈਕਟ ਕਰਦਾ ਹੈ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਬਾਰੇ ਚਰਚਾ ਚੱਲ ਪਈ। ਸੰਸਾਰ ਦੇ ਲੋਕਾਂ ਵਿੱਚ ਇੰਜ ਲੱਗਦਾ ਹੈ ਜਿਵੇਂ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਬੰਦਾ, ਉਹਨੂੰ ਕੁਝ ਹੋ ਗਿਆ। ਵੈਸੇ ਜਪਣ ਵਾਲੇ ਦੇ ਅੰਦਰ ਕ੍ਰੋਧ ਨਹੀਂ ਹੁੰਦਾ, ਉਹ ਈਰਖਾ ਦਵੈਸ਼ ਕ੍ਰੋਧ ਵਿਕਾਰਾਂ ਤੋਂ ਰਹਿਤ ਹੈ। ਪਰ ਸੰਸਾਰ ਦੇ ਲੋਕਾਂ ਨੂੰ ਇੱਕ ਭੁਲੇਖਾ ਪੈ ਸਕਦਾ, ਬੰਦਾ ਬੜਾ ਗੁੱਸੇ ਵਾਲਾ ਹੈ। ਕਈ ਵਾਰ ਬਾਹਰੋਂ ਇਸ ਤਰ੍ਹਾਂ ਲੱਗਦਾ ਹੈ, ਹਾਲਾਂਕਿ ਉਹ ਸਰੀਰ ਇਸ ਤਰ੍ਹਾਂ ਦੇ ਨਹੀਂ। ਉਹਦਾ ਭਾਵ ਇਹ ਹੁੰਦਾ, ਉਹ ਘੱਟ ਬੋਲਦਾ, ਘੱਟ ਖਾਂਦਾ, ਉਹਦੀ ਨੀਂਦ ਵੀ ਘਟ ਜਾਂਦੀ ਹੈ, ਕਿਉਂਕਿ ਸ਼ਬਦ ਨੇ ਅੰਦਰ ਆਪਣੀ ਕਰਾਮਾਤ ਸ਼ੁਰੂ ਕਰ ਦਿੱਤੀ। ਵੈਦ ਬੁਲਾਇਆ ਗਿਆ, ਹਰਦਾਸ ਵੈਦ ਨੂੰ ਸੱਦਿਆ। ਜਦੋਂ ਉਹ ਘਰ ਆਇਆ ਤੇ ਪਹਿਲਾਂ ਘਰ ਵਾਲਿਆਂ ਨੂੰ ਪੁੱਛਦਾ, ਕਿਉਂਕਿ ਡਾਕਟਰ ਤੇ ਪਹਿਲਾਂ ਮਰੀਜ਼ ਵਾਲੇ ਪਰਿਵਾਰ ਵਾਲਿਆਂ ਨੂੰ ਪੁੱਛਦਾ ਨਾ, ਮਰੀਜ਼ ਬਾਰੇ ਦੱਸੋ। ਵੈਦ ਨੇ ਪੁੱਛਿਆ, ਜੀ ਕੀ ਹੋਇਆ, ਕੀ ਨੁਕਸ ਕੀ ਲੱਗਦਾ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ? ਤੇ ਪਰਿਵਾਰ ਵਾਲਿਆਂ ਕਿਹਾ, ਜੀ ਘੱਟ ਸੁਣਦੇ ਨੇ, ਘੱਟ ਖਾਂਦੇ ਨੇ, ਬੋਲਦਾ ਘੱਟ ਹੈ, ਬਾਹਰ ਕਿਸੇ ਕੋਲ ਬਹਿੰਦੇ ਉੱਠਦੇ ਨਹੀਂ, ਜਦੋਂ ਵੇਖੀਦਾ ਰਾਤ ਜਾਗਦਾ ਹੁੰਦਾ, ਇਹਨੂੰ ਕੁਝ ਹੋ ਗਿਆ, ਵੇਖੋ ਤੇ ਸਹੀ। ਵੈਦ ਨੇ ਬਾਹ ਪਕੜੀ ਤੇ ਨਵਲ ਟੋਂਦਾ। ਗੁਰੂ ਨਾਨਕ ਦੇ ਮਹਾਰਾਜ ਵੇਖ ਕੇ ਹੱਸ ਪਏ। ਉਹ ਵੈਦ ਹਰਦਾਸ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ, ਹੈਰਾਨ ਹੋ ਕੇ ਸੋਚਦਾ, ਪਹਿਲਾ ਮਰੀਜ਼ ਹੈ ਜਿਹੜਾ ਮੰਜੇ ਤੇ ਪਿਆ ਹੱਸਦਾ, ਨਹੀਂ ਤੇ ਮਰੀਜ਼ ਕੌਣ ਹੱਸਦਾ? ਕਿਹੜੇ ਮਰੀਜ਼ ਦੇ ਚਿਹਰੇ ਤੇ ਖੁਸ਼ੀ? ਪਹਿਲਾ ਮਰੀਜ਼ ਹੈ ਜਿਹੜਾ ਮੰਜੇ ਤੇ ਪਿਆ ਹੱਸਦਾ। ਗੁਰੂ ਨਾਨਕ ਦੇ ਮਹਾਰਾਜ ਹੱਸ ਰਹੇ ਸਨ। ਵੈਦ ਕਈ ਪਲ ਨਬਜ ਨੂੰ ਟੋਂਦਾ ਰਿਹਾ। ਹਜ਼ੂਰ ਮਹਾਰਾਜ ਨੇ ਆਪਣੀ ਬਾਹ ਛਡਾ ਲਈ। ਵੈਦ ਪੁੱਛਦਾ, ਜੀ ਬਾਹ ਕਿਉਂ ਛਡਾ ਲਈ ਤੇ ਹੱਸ ਕਿਉਂ ਰਹੇ ਹੋ? ਮਹਾਰਾਜ ਨੇ ਕਿਹਾ, ਵੈਦ ਜੀ ਤੁਹਾਨੂੰ ਰੋਗ ਹੀ ਨਹੀਂ ਲੱਭਿਆ, ਇਲਾਜ ਕੀ ਕਰੋਗੇ? ਰੋਗ ਸਰੀਰ ਵਿੱਚ ਨਹੀਂ ਜਿੱਥੇ ਲੱਭ ਰਹੇ ਹੋ, ਰੋਗ ਕਿਤੇ ਹੋਰ ਹੈ। ਤੁਸੀਂ ਸਰੀਰ ਦਾ ਇਲਾਜ ਕਰ ਸਕਦੇ ਹੋ, ਕਰਕ ਕਰੇਜੇ ਮਾਂ ਦਾ ਤੇਰੇ ਕੋਲ ਕੋਈ ਇਲਾਜ ਨਹੀਂ। ਜਿਨ੍ਹਾਂ ਦੇ ਅੰਦਰੋਂ ਬਿਰਹਾ ਰੱਬ ਨੂੰ ਮਿਲਣ ਦਾ ਪੈਦਾ ਹੁੰਦਾ, ਉਹਦਾ ਇਲਾਜ ਸਿਰਫ ਰੱਬ ਦੇ ਸ਼ਬਦ ਵਿੱਚ ਹੈ, ਹੋਰ ਕੋਈ ਦਾਰੂ ਨਹੀਂ। ਮਹਾਰਾਜ ਨੇ ਪਿਆਰ ਨਾਲ ਬਚਨ ਕਹੇ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹ, ਭੋਲਾ ਵੈਦ ਨ ਜਾਣਈ, ਕਰਕ ਕਰੇਜੇ ਮਾਂ। ਇਹ ਭੋਲੇ ਵੈਦ, ਤੈਨੂੰ ਰੋਗ ਦਾ ਹੀ ਨਹੀਂ ਪਤਾ, ਇਲਾਜ ਕੀ ਕਰੇਗਾ? ਅੱਜ ਮੇਰੇ ਸਤਿਗੁਰ ਜੀ ਬਖਸ਼ਿਸ਼ ਕਰਦੇ, ਗੁਰੂ ਦੀ ਸੇਵਾ ਵਿੱਚੋਂ ਸਭ ਕੁਝ ਮਿਲਦਾ ਹੈ, ਸ਼ਰਤ ਹੈ ਕਿਸੇ ਦੇ ਅੰਦਰੋਂ ਹਉਮੈ ਆਪਾ ਅਹੰਕਾਰ ਮਿਟ ਜਾਏ। ਪਰ ਹਉਮੈ ਆਪ ਨਹੀਂ ਮਿਟਦੀ, ਉਹ ਵੀ ਗੁਰੂ ਦੀ ਕਿਰਪਾ ਨਾਲ ਮਿਟਦੀ ਹੈ। ਤਾਂ ਮਹਾਰਾਜ ਨੇ ਕਹੇ, ਗੁਰ ਸੇਵਾ ਤੇ ਸਭ ਕਿਛ ਪਾਏ, ਹਉਮੈ ਮੇਰਾ ਆਪ ਗਵਾਏ। ਜਿਹਦੇ ਅੰਦਰੋਂ ਮੇਰੀ ਹਉਮੈ ਆਪਾ ਮਿਟ ਜਾਏ, ਤਾਂ ਮਹਾਰਾਜ ਨੇ ਕਿਹਾ, ਆਪੇ ਕਿਰਪਾ ਕਰੇ ਸੁਖ ਦਾਤਾ, ਗੁਰ ਕੈ ਸ਼ਬਦੇ ਸੋਹਾਏ। ਜਦੋਂ ਗੁਰੂ ਕਿਰਪਾ ਕਰਦਾ, ਸੁੱਖਾਂ ਦੇ ਦਾਤੇ ਦੀ ਨਜ਼ਰ ਹੁੰਦੀ ਹੈ, ਤਾਂ ਹਿਰਦੇ ਵਿੱਚ ਸ਼ਬਦ ਸੋਹੰਦਾ, ਉਹਨੂੰ ਸੋਹਣਾ ਲੱਗਦਾ, ਮਨ ਵਿੱਚ ਸ਼ੋਭਨੀਕ ਹੋ ਜਾਂਦਾ। ਉਹ ਸ਼ਬਦ ਸ਼ੋਭਨੀਕ ਹੋਣ ਤੋਂ ਬਾਅਦ ਅੰਦਰ ਦੀ ਅਹੰਕਾਰ ਦੀ ਫਿਰ ਮਹਿਲ ਕੱਟਦਾ। ਫਿਰ ਅੱਗੇ ਮਹਾਰਾਜ ਨੇ ਕਿਹਾ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ। ਕੋਈ ਭੁਲੇਖੇ ਵਿੱਚ ਨਾ ਪੈ ਜਾਏ ਕਿ ਸ਼ਬਦ ਕੀ ਹੈ। ਤਾਂ ਮਹਾਰਾਜ ਨੇ ਕਿਹਾ, ਗੁਰੂ ਦਾ ਸ਼ਬਦ ਹੈ ਅੰਮ੍ਰਿਤ ਬਾਣੀ, ਗੁਰੂ ਦਾ ਉਪਦੇਸ਼। ਜਿਹੜਾ ਉਪਦੇਸ਼ ਨਾਸ਼ ਨਹੀਂ ਹੁੰਦਾ, ਜਿਹੜਾ ਉਪਦੇਸ਼ ਮਰਦਾ ਨਹੀਂ। ਦੁਨੀਆ ਵਿੱਚ ਬਹੁਤ ਅਕਲ ਦੀਆਂ ਗੱਲਾਂ ਨੇ, ਅੱਜ ਹੈ 10 ਸਾਲਾਂ ਨੂੰ ਕਈ ਵਾਰ ਉਹ ਐਗਜ਼ਾਮਪਲ ਬਦਲ ਜਾਂਦੀ ਹੈ। ਪਰ ਗੁਰੂ ਦਾ ਉਪਦੇਸ਼ ਜਿਹੜਾ ਆਦਿ ਕਾਲ ਸੱਚ ਹੈ, ਉਹ ਉਪਦੇਸ਼, ਉਹ ਬਾਣੀ ਜਿਹੜੀ
लोक विच भी सहाई है, मरण तो बाद परलोक तक भी निभदी है। तो महाराज ने कहा वो शब्द, उस शब्द नूं कोई अन दिन हर का नाम बखानी, दिन रात उस वाहिगुरू जी दे शब्द नूं, उपदेश नूं वो अपने जीवन विच बखियान विच रखे। भाव अपने आप विच विचार करदा रहे मैं की करना। ਜਿਹੜੇ ਬੰਦੇ ਨੇ बहुत महंगे गहने पाए होण ਤਾਂ ਜਦੋਂ ਉਹ ਸੰਘਣੇ ਬਾਜ਼ਾਰ ਵਿੱਚੋਂ ਲੰਘਦਾ ਕਈ ਵਾਰ ਆਪਣੇ ਗਲ ਦੀ ਚੈਨੀ ਨੂੰ ਟੋਕ ਕੇ ਵੇਖਦਾ ਹੈ ਵੀ ਹੈ ਕਿਤੇ ਡਿੱਗ ਨਾ ਜਾਏ, ਕਿਉਂਕਿ ਕੀਮਤੀ ਗਹਿਣਾ ਹੈ। ਜਿਹਨੇ ਕਿਸੇ ਨੇ ਬਹੁਤ ਭਾਰੀ ਪੇਮੈਂਟ ਕੋਈ ਪੈਸਾ ਕੋਲ ਚੱਕਿਆ, ਉਹ ਸਫ਼ਰ ਜਾਂਦਿਆਂ ਕਈ ਵਾਰ ਰਸਤੇ ਵਿੱਚ ਬੈਗ ਟੋਕ ਕੇ ਵੇਖਦਾ ਪੈਸੇ ਨਿਕਲ ਤੇ ਨਹੀਂ ਗਏ। ਮਹਾਰਾਜ ਨੇ ਕਿਹਾ ਜਿਨ੍ਹਾਂ ਨੂੰ ਸ਼ਬਦ ਦੀ ਕੀਮਤ ਸਮਝ ਪਈ ਕਿ ਸ਼ਬਦ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀਰਾ ਸਭ ਤੋਂ ਕੀਮਤੀ ਹੈ, ਉਹ ਸੰਸਾਰ ਦੇ ਸਫ਼ਰ ਵਿੱਚ ਟੋ ਟੋ ਕੇ ਵੇਖਦੇ ਰਹਿੰਦੇ ਨੇ ਸ਼ਬਦ ਚੱਲਦਾ ਵੀ ਹੈ ਕਿ ਨਹੀਂ, ਮੈਂ ਸਹੀ ਵੀ ਜਾ ਰਿਹਾ ਕਿ ਨਹੀਂ। ਜਿਹਨੂੰ ਮੰਜ਼ਿਲ ਯਾਦ ਹੈ ਉਹ ਰਸਤੇ 'ਚ ਪੂਰਾ ਖਿਆਲ ਰੱਖਦਾ। ਤਾਂ ਮਹਾਰਾਜ ਨੇ ਕਿਹਾ ਉਹ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਨਾਮ ਦਾ ਆਪਣੇ ਜੀਵਨ ਵਿੱਚ ਵਿਖਿਆਨ ਕਰਦੇ ਨੇ ਕਿ ਮੈਂ ਕਿਤੇ ਗਲਤ ਤੇ ਨਹੀਂ ਜਾ ਰਿਹਾ। ਉਹ ਟੋ ਟੋ ਕੇ ਵੇਖਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਇਸ ਲੋਕ ਤੇ ਪਰਲੋਕ ਵਿੱਚ ਸਹਾਈ ਹੋਣ ਵਾਲਾ ਹੈ। ਉਹਨਾਂ ਨੂੰ ਸਮਝ ਪੈ ਗਈ ਕਿਨਹੀ ਬਣ ਜਾ ਕੰਸੀ ਤੰਬਾ, किन्ही लौंग सुपारी, संतो बन दिया नाम गोबिंद का ऐसी खेप हमारी, हर के नाम के व्यापारी, हीरा हाथ चढ़िया निर्मोलक छूट गई संसारी। अज महाराज ने कहा हर हर सच्चा वसै घट अंतर, सो घट निर्मलता है। जिन्हां दे मन हिरदे घट दा अर्थ है हिरदा, ਉਹਦੇ ਵਿੱਚ ਇਹ ਨਿਰਮਲ ਨਾਮ ਵਸਦਾ, ਉਹ ਮੈਲ ਨੂੰ ਕੱਟ ਦਿੰਦਾ ਤੇ ਮਨ ਹਿਰਦਾ ਵੀ ਉਹਦਾ ਨਿਰਮਲ ਹੋ ਜਾਂਦਾ। ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਜਿੰਨੇ ਕੰਪਿਊਟਰ ਆਪਾਂ ਮੋਬਾਈਲ ਜੋ ਕੁਝ ਵੀ ਟੈਪ ਚਲਾਉਂਦੇ ਆ, ਇਹਨਾਂ ਵਿੱਚ ਆਪਣੇ ਆਪ ਬਹੁਤ ਕੁਝ ਆਣ ਜਾਣ ਨਾਲ ਨੈਟ ਦੇ ਰਾਹੀਂ ਕਹਿੰਦੇ ਨੇ ਇੱਕ ਵਾਇਰਸ ਆ ਜਾਂਦੀ ਹੈ। ਵਾਇਰਸ, ਉਹ ਵਾਇਰਸ ਕੀ ਕਰਦੀ ਹੈ, ਪਹਿਲਾਂ ਸਹਿਜੇ ਸਹਿਜੇ ਉਸ ਕੰਪਿਊਟਰ ਨੂੰ ਉਸ ਮੋਬਾਈਲ ਨੂੰ ਉਹ ਹੈਂਗ ਕਰਦੀ ਹੈ, ਰੁਕ ਰੁਕ ਕੇ ਚੱਲਦਾ। ਫਿਰ ਜੇ ਉਹਦਾ ਇਲਾਜ ਨਾ ਕੀਤਾ ਜਾਏ ਤੇ ਉਹ ਅੰਦਰ ਪਈਆਂ ਹੋਈਆਂ ਕੀਮਤੀ ਫਾਈਲਾਂ ਜੋ ਤੁਸੀਂ ਡਾਕੂਮੈਂਟਸ ਰੱਖੇ ਨੇ ਉਹਨਾਂ ਸਾਰੀਆਂ ਫਾਈਲਾਂ ਨੂੰ ਕਰਪਟ ਕਰਦਾ ਹੈ। ਤਾਂ ਫਿਰ ਉਹਦੇ ਵਾਸਤੇ ਪੜ੍ਹੇ ਲਿਖੇ ਲੋਕ ਕੀ ਕਰਦੇ ਨੇ, ਇੱਕ ਸੌਫਟਵੇਅਰ ਆਉਂਦਾ ਜਿਹਨੂੰ ਕਹਿੰਦੇ ਨੇ ਐਂਟੀ ਵਾਇਰਸ ਸੌਫਟਵੇਅਰ, ਉਹ ਪੈਸਿਆਂ ਦਾ ਵੀ ਮਿਲਦਾ, ਕਿਤੋਂ ਫ੍ਰੀ ਵੀ ਡਾਊਨਲੋਡ ਕੀਤਾ ਜਾਂਦਾ। ਲੋਕ ਮੁੱਲ ਲੈ ਕੇ ਵੀ ਉਹਦੀ ਪੇਮੈਂਟ ਦੇ ਕੇ ਮੋਬਾਈਲ ਵਿੱਚ ਜਾਂ ਆਪਣੇ ਕੰਪਿਊਟਰ ਵਿੱਚ ਪਾਉਂਦੇ ਨੇ, ਲੈਪਟਾਪ ਵਿੱਚ। ਕਿਉਂ? ਜੇ ਵਾਇਰਸ ਆਵੇ ਤੇ ਐਂਟੀ ਵਾਇਰਸ ਜਿਹੜਾ ਸੌਫਟਵੇਅਰ ਹੈ ਉਹਨੂੰ ਨਾਲ ਦੀ ਨਾਲ ਜਜ਼ਬ ਕਰਦਾ, ਖਾਂਦਾ। ਇਹੋ ਗੱਲ ਗੁਰੂ ਨੇ ਕਹੀ ਹੈ, ਸਿੱਖਾ ਇਹ ਸੰਸਾਰ ਵਿੱਚ ਤੂੰ ਵਰਤਣਾ ਅੱਖਾਂ ਰਾਹੀਂ, ਜੇਬਾਂ ਰਾਹੀਂ, ਕੰਨਾਂ ਰਾਹੀਂ, ਇਹਨਾਂ ਇੰਦਰੀਆਂ ਦੇ ਰਾਹੀਂ तेरे शरीर के अंदर बड़ी वायरस होनी है। क्रोध, ईर्खा, द्वेष, मैल, विषय, विकार, वासनामा श्री वाहिगुरु ते नाल दी नाल ओ वायरस नूं कट देगा। एक पंक्ति जिथे महाराज ने सवाल किया नाल ही जवाब दिता। सिखां सवाल किया महाराज पंच सतावे दूत कवन बिद मारने, ते गुरु की जवाब दिंदा है तीखण बाण चलाए नाम प्रभ ध्याई है, हर हम महा बिखादी कात पूरन गुर पाई है। सिखा जदों तैनू लगे ये वायरस कितों आ रही है, नाल दी नाल ध्यान जोड़ के कह दी सतनाम श्री वाहिगुरु वाहिगुरु। वो मैल उस वक्त कट्टी जाएगी जिन्ने फुट तक वाहिगुरु दे नाम दी आवाज जाएगी, तेरे शरीर तो दूर हो जाएंगे विकार। ये गुरमत का संदेश गुरु ने दिता है। माफ करो असी हुण होरे पासे हो गए, इधर नूं तुरे होए जी, कथा की लोड़ ही नहीं, कीर्तन नाल ही ठीक है। बहुते बहुते कहने लोड़ ही नहीं, इंटरनेट तो सब कुछ सुन लईदा है। माफ करो सिख टिक गए, हुण असी नितनेम भी मोबाइल तो ही कर लईदा है। पोथे गुटकियां पोथियां नहीं चाहिए, गुटके नहीं चाहिए। क्यों? ये ठीक है किते सफर विचों किते रस्ते विचों मोबाइल तो नितनेम करना गलत नहीं, पर नाल हाथ जोड़ के बेनती है जेड़ी गल गुरु ने कही है सिखा तू लख यतन प्रयास करी, ये सच है तू गुरु ग्रंथ साहब का उपदेश 100% नहीं कमा सकता।
हाँ 33% भी कमा ले तो पास हो जाएगा, पर तेतों 33 भी कमाया नहीं जाना। ਉਹਦੇ वास्ते एक तरीका है, उपदेश घट कमाया जाता है, पर गुरु ग्रंथ साहिब जी की बाणी का अदब सत्कार ते भै रखी, ਜਾਂ अदब ते भै नाल ही पार लंघ जाएगा। कला अदब ते भै मन विच होवे तां पार लंघ जाएगा। सिखा अदब ते भै जरूरी है। जे हथ विच गुटका लेके पाठ पोथी तो नहीं करोगे, माफ करियो, अदब भै नहीं होना। मोबाइल ते किन्ना कापां अदब करदे तुहानूं पता ही है। महाराज ने उपदेश दिता सी, जो सिख गुरबाणी भै करे, बिन प्रयास भव सागर तरे, जिन पै अदब ना बाणी तारा, जानो सो सिख नहीं हमारा। पहली गल सिख नूं चाहीदा अदब करे और बाणी दा भै रखे, फिर घट भी कमाई कर लोगे तां भी पार लंघ जाओगे। एक मेरी हाथ जोड़ के बेनती है, लाइव ते सुन रहे हो, घरां विच गुटकियां तो नितनेम करन वालियां संगतां मुबारक है। बहुत वड्डे भाग ने जो तुसीं गुटकियां तो करदे हो। नाल अदब चाहीदा है। ये ना होवे वो गुटका नितनेम करदे उसे टेबल ते रख दिओ जिथे चाह वाले कप पए ने। नितनेम करदे बैड दी ढो ते गुटका रख के नहीं सुण। जिथे बैड उत्ते जूठे भांडे ढो ते रख देईदे ने, उत्थे गुटका रख के सौ जांदे हो। इन्नी क खिचल जरूर करो। नितनेम समाप्त होए, गुटका उच्ची जगह ते पोथी रखो जिथे तुसीं रोज रखदे हो। फिर अदब सत्कार नाल ढक के फिर अपना आराम करो। जदों फिर कोई बाणी दा पाठ पढ़ना, फिर हाथ धो के उत्थों गुटका लै। इन्ना क अदब सत्कार रखियो। ये भै और ये गुरु दी बाणी दा अदब सानू लोक विचों सफल कर देगा। जिहदे अंदर भै ते अदब ना होया, वो लख डंबर करी जाए। महाराज ने क्यों मेरा सिख ही नहीं, जो सिख गुरबाणी भै करे, बिन प्रयास भव सागर तरे, जिन पै अदब न बाणी धारा, जानो सो सिख नहीं हमारा। अज महाराज जी बख्शिश कर दे, जदों ये हिरदे विच वस जांदी है बाणी, उपदेश शब्द, तां बाणी निर्मल है, हिरदा भी निर्मल हो जाता है। फिर उन्होंने गुरु ने दर्जा दिता सेवक का। तो महाराज ने अगे कहा, सेवक सेवे शब्द सलाहे, सदा रंग राते हर गुण गावे। वो सेवक वाहिगुरु दे सिफत सलाह में जुड़िया रहिंदा है। वो ओदे रंग प्रेम में सदा रत्या रहिंदा है। वो ओदे गुण गाउंदा है। लोक विच रहिंदे उन्हों माड़े बंदे भी मिलते हैं, औगण भी दिसते हैं, पर वो सब कुछ वेखण तो बाद बन ज सिर्फ गुणां दा करदा है। उन्होंने गुरु का उपदेश समझ आ गया, बाणी समझ आ गई कि गुणा का होवे वासला कड वास लीजै, जे गुण होवन सांझ ना मिल सांझ करीजै। वो तो इस तरह वरतदा है कि झोल अमृत पीजै, गुणा का होवे वासला कड वास लीजै। औगण भी दसदे ने, झोल अमृत पीजै दा अर्थ उन्होंने परां करके सिर्फ गुण सिखदा है, किसी के औगणा की व्याख्या वे समा नहीं गुजारदा। महाराज ने बाणी अंदर तुसी जपजी साहिब पढ़ के आए हो, एक पौड़ी पढ़ो। एक पौड़ी विच महाराज ने कहा, जप तप करन वालिया अहंकार ना कर लई, एवें ना किते मन च करी मैं आसा दी वार भी रोज पढ़दा जी। सुखमनी साहिब दे 8 पदे प्लस नाल 5 बाणियां दा। एक पौड़ी विच महाराज ने कहा, जप तप करन वालिया अहंकार ना कर लई, एवें ना किते मन च करी मैं आसा दी वार भी रोज पढ़दा जी। सुखमनी साहिब दे 8 पदे प्लस नाल 5 बाणियां दा नितनेम, चंगी गल है, पर आ पौड़ी जरूर ध्यान नाल पढ़नी कि असंख जप असंख भाओ, असंख पूजा असंख तप ताओ। तू कला नहीं, गिणती तो रहत लोक ने जिन्हां दा कई कई घंटियां दा तप है। गिणती तो रहत लोक ने जिहड़े जप करदे ने, तो शायद उन्हां दी गिणती विच ना आवे। वो भलिया जप करके अहंकार ना कर लई, सेवा करके होमे ना करी। बस इन्ना कई कुदरत कवन कहा विचार, पढ़ो नाल, कुदरत कवन कहा विचार, वारिया न जावा जो तुद भावे साई बलिकार, तू सदा सलामत। ये तो अगली पौड़ी विच कहा, हुण निंदक वेख दुनिया च किन्ने। इस धरती ते पापी बहुत बड़े बड़े ने, असंख निंदक,
असंख्य ही इस धरती ते निंदक लोक ने, असंख्य ही इस धरती ते हरामखोर बंदे ने, असंख्य ही गल वढ़ के हत्या करके किसी का पैसा कमाउंदे ने, असंख्य ही कतल करने वाले ने। वो भलिया इन्ने लोकां नूं वेख के किसे दी निंदिया बे समा ना गुजारी, सब कुछ वेख के को गल कही कि कुदरत कवण कहा विचार वारिया ना जावा। इको गल कहीं जो तुद पावे साई बलिकार, तू सदा सलामत। वह गुरु जो तुहानू भाउंदा ओ हो रहा है, तेरे हुक्म विच ही पापी पाप कमा रहे ने। जे तू चाहे ते पाप करन वाले नू एक खिन विच बन के रख देना। उन्हां दा फिर कोई संसार विच बल ताकत अकल सियाणप नहीं चलदी, जिदन तू राह बंद कर दिना। हे कालपुरख वैगुरु, तेरे बंद कीते राह दुनिया की कोई ताकत नहीं खोल सकती। साध संगत, अज तुसी इस स्थान ते बैठे हो, धन गुरु हरकृष्ण साहब महाराज पालकी विच कीरतपुर साहब तो जा रहे ने। इतिहास कहंदा है पालकी रोकी सेवादारां ने। महाराज ने पूछा रोक क्यों गए? सेवादार ने कहा जी रस्ते विच कोई बंदा लम्मा पिया, उन्हें रास्ता रोके। महाराज मुस्कुरा के कहते हैं उन्हें रास्ता क्यों रोके? तो सेवादार ने कहा जी ओदा शरीर कोड़ नाल भरिया है, और रस्ते चों उठण लई तैयार नहीं। इको ही गल कहंदा है, जाते गुरु हरकृष्ण साहब मैनू तंदुरुस्त कर देण, नहीं ते पालकी उपरों लगा दिओ, मैं बेशक मर जा, पर मैनू जा तंदुरुस्ती दे देण जा मौत दे देण। जदों कोई गुरु उत्ते इन्ने विश्वास नाल अंदरों टिकदा है, ये ध्यान रखियो। जदों पूरे विश्वास नाल कोई गुरु को आके मंगदा है, उन्होंने पता है जां फिर इधर काम होना है, उन्होंने गुरु इनकार नहीं करता। जो मंगे ठाकुर अपने ते सोई सोई देवे। धन गुरु हरकृष्ण साहब महाराज ने वेख्या बड़े विश्वास नाल लेट गया। हजूर ने फिर अपना रुमाल दिता, सेवादार नूं कहा लै इहदे शरीर ते फेर दे। गुरु ने नजर किरपा की, एक दृष्टि नाल ओदे शरीर दा कोड़ हटिया। नाल महाराज ने कहा इस कोड़ी नूं कहो सतनाम वाहिगुरू जपे, इहदे तन दा कोड़ नहीं, मन दा कोड़ भी हट जाएगा। क्योंकि कर इशनान सिमर प्रभ अपना, मन तन भय अरोगा। नाल सिमरन जरूरी ते है। ते साध संगत, भाई गुरदास साहब ने गुरु नूं कबर कह के संबोधन किया। कबर पता क्यों? जदों शरीर मर जांदा, किन्ना भी सोहना होवे, ये शरीर नूं घर च नहीं कोई भी रखदा। 2-4 घंटिया में संस्कार का प्रबंध करीदा है। जे दिहाड़ी 2 दिन किते लाश रखनी पै जाए, जमा करा दी है, उस घर में कोई नहीं रखदा। जेनू जिस घर अंदर पूरी उम्र गुजारी है, हड्ड खोर खोर के बंदे ने घर बनाया है, जदों जिंद निकल जाती उसे शरीर नूं घर में कोई नहीं रखदा। जे कोई शरीर नूं संभालदा, कबर संभालदी है, शमशान घाट संभालदा है। इहो गल भाई गुरदास साहब ने कही, तेरा गुरु कबर बराबर है। वो सिखा जिवें कबर जिन्हों दुनिया विच शरीर नूं कोई ना संभाले, कबर अपने आप में संभाल लैंदी है। तू मुर्दा होके आई जा, जिन्हों दुनिया विच कोई ना पुछदा होवे, उन्होंने गुरु हरकृष्ण साहब संभाल लैणगे। जेड़े कोड़ी तो दुनिया नफरत करदी होवे, उन्होंने गुरु कोल रख लैंदा है। भाई गुरदास साहब कहंदे मुर्दा होए मुरीद सो गुर गोर समावे। एक होर उसे पंक्ति विच गुण है, कबर विच की गुण है? जिहड़ा शरीर रोगी हो जाए ना, किसी भयानक रोग नाल मरे, उन्होंने मरण तो बाद भी लोग चंगी तरह नलाउंदे नहीं, नफरत करते हैं। एक बीमारी फैली है जिन्होंने स्वाइन फ्लू कहंदे, उन्होंने नलाउण लग्गिया भी लोग डरते, दूजे नूं ना लग जाए। डॉक्टर कपड़े में चंगी तरह बन के उपरों ऐ सी के दिंदा, इहनूं हुण खोलियो ना, सीधा ही लै जाओ। साध संगत, जेड़े शरीर तो रोग बीमारियां करके दुनिया नफरत करे, शमशान घाट ते कबर उन्होंने अपने समा लैंदा है। जिन्हों दुनिया में थां ना मिले, उन्होंने गुरु अपनी गोद विच रख लैंदा है। ओए तू औगणा नाल भरिया होवे तां तेरा गुरु ओ है, जिन्हों महाराज ने कहा निर्गुण राख लिया संतन का सदका, सतगुर ढाक लिया मोहे पापी पड़दा। एडे वड्डे गुरु दे चरनां में जुड़ बैठे हो। अज महाराज बख्शिश कर दे, आपे बख्शे शब्द मिलाए परमल वास मन ताहे। जिन्हों बख्श के वो शब्द समा दिंदा, जोड़ दिंदा,
ਉਹਦੇ ਅੰਦਰੋਂ ਚੰਦਨ ਵਰਗੀ ਭਾਵ ਸ਼ੁਭ ਗੁਣਾਂ ਦੀ ਸੁਗੰਧੀ ਆਉਂਦੀ ਹੈ। ਅੱਗੇ ਮਹਾਰਾਜ ਨੇ ਕਿਹਾ ਸ਼ਬਦ ਕਥ ਕਥੇ ਸਲਾਹੇ ਮੇਰੇ ਪ੍ਰਭ ਸਾਚੇ ਬੇਪਰਵਾਹੇ। ਉਹ ਸ਼ਬਦ ਦੀ ਅਕਥ ਜਿਹੜੀ ਕਥਨ ਤੋਂ ਰਹਿਤ ਵਿਆਖ ਹੈ, ਉਹਦੇ ਵਿੱਚ ਸਿਫਤ ਸਲਾਹ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ। ਉੱਠਦਿਆਂ ਬਹਿੰਦਿਆਂ ਕਰਤੇ ਦੀ ਕੁਦਰਤ ਦੀ ਵਡਿਆਈ ਕਰਦਾ, ਦਾਤਾ ਤੂੰ ਇੰਨਾ ਕੁਝ ਦਿੱਤਾ ਹੈ। ਇੱਕ ਪੰਕਤੀ ਧਿਆਨ ਨਾਲ ਹਿਰਦੇ 'ਚ ਵਸਾਇਓ, ਸਭ ਤੋਂ ਕੀਮਤੀ ਚੀਜ਼ ਰੱਬ ਨੇ ਪਤਾ ਕੀ ਦਿੱਤੀ ਹੈ? ਉਕਤ ਜੋਤ ਲੈ ਸੁਰਤ ਪ੍ਰਿਖਿਆ। ਸ਼ਬਦ ਸ਼ੁਰੂ ਹੁੰਦਾ ਇਸ ਪਾਣੀ ਤੇ ਜਿਨ ਤੂੰ ਕਰਿਆ, ਮੱਟੀ ਕਾਲੇ ਦਿਉਰਾ ਕਰਿਆ। ਉਕਤ ਜੋਤ ਲੈ ਸੁਰਤ ਪ੍ਰਿਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ। ਕਿੰਨੀ ਵੱਡੀ ਕਿਰਪਾ ਹੈ। ਆ ਜਿਹੜੀ ਸੁਰਤ ਦਿੱਤੀ ਇਹਦੀ ਕੋਈ ਕੀਮਤ ਨਹੀਂ। ਸੁਰਤੀ ਕਰਕੇ ਤੁਹਾਨੂੰ ਯਾਦ ਹੈ ਤੁਹਾਡਾ ਨਾਮ ਕੀ ਹੈ, ਸੁਰਤੀ ਕਰਕੇ ਯਾਦ ਹੈ ਮੇਰਾ ਪਿੰਡ ਪਤਾ ਪੁੱਤਰ ਧੀਆਂ ਘਰ ਨੰਬਰ ਘਰ ਦਾ ਕੀ ਹੈ। ਜੇ ਸੁਰਤੀ ਹਿੱਲ ਜਾਏ ਉਹਨੂੰ ਲੋਕ ਪੁੱਛਦੇ ਨੇ, ਉਹਨੂੰ ਨਾਮ ਹੀ ਨਹੀਂ ਚੇਤੇ ਆਉਂਦਾ, ਪਾਗਲ ਦੁਨੀਆ ਵਿੱਚ ਹੋ ਜਾਂਦਾ। ਸੁਰਤੀ ਦੀ ਕਿੰਨੀ ਕੀਮਤ ਹੈ। ਇੱਥੇ ਬੈਠੇ ਘਰ ਨੰਬਰ ਪਿੰਡ ਪਤਾ ਸਭ ਕੁਝ ਯਾਦ ਹੈ, ਰੱਬ ਸੁਰਤੀ ਖੋਲੇ ਕੀ ਕਰੋਗੇ? ਕੀ ਚੇਤਾ ਆਏਗਾ ਕਿੰਨੇ ਪੈਸੇ ਨੇ ਮੇਰੇ ਕੋਲ? ਤਾਂ ਮਹਾਰਾਜ ਨੇ ਕਿਹਾ ਸੁਰਤ ਦੀ ਕੀਮਤ ਬਹੁਤ ਹੈ। ਜਿਹਨੇ ਤੈਨੂੰ ਸੁਰਤ ਦਿੱਤੀ ਹੈ, ਜਿਹੜੀ ਸੁਰਤੀ ਵਿੱਚ ਪੁੱਤਰ ਧੀਆਂ ਬੱਚੇ ਪੈਸਾ ਪਰਿਵਾਰ ਘਰ ਚੇਤੇ ਹੈ, ਉਸ ਸੁਰਤੀ ਵਿੱਚ ਦੇਣ ਵਾਲੇ ਨੂੰ ਵੀ ਚੇਤੇ ਕਰਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਉਹਨੇ ਦਿੱਤਾ ਹੈ। ਤਾਈਓ ਮਹਾਰਾਜ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਸ਼ਨ ਸ਼ਨ ਔਦ ਵਿਹਾਤ ਹੈ ਫੁੱਟੇ ਘਟ ਜਿਉ ਪਾਣੀ। ਅੱਜ ਮਹਾਰਾਜ ਨੇ ਕਿਹਾ ਕਥ ਦੀ ਵਿਆਖਿਆ ਵਿੱਚ ਉਹਦੀ ਵਡਿਆਈ ਵਿੱਚ ਜੁੜ, ਫਿਰ ਉਹ ਸੇਵਕ ਬੇਪਰਵਾਹ ਸੱਚੇ ਨਾਲ ਜੁੜ ਕੇ ਬੇਪਰਵਾਹ ਹੋ ਜਾਂਦਾ ਹੈ। ਆਪੇ ਗੁਣ ਦਾਤਾ ਸ਼ਬਦ ਮਿਲਾਏ, ਸ਼ਬਦ ਕਾ ਰਸ ਤਾਹਾ ਹੈ। ਆਪੇ ਕਾਲ ਪੁਰਖ ਵਾਹਿਗੁਰੂ ਸ਼ਬਦ ਨਾਲ ਜੋੜਦਾ ਕਿਰਪਾ ਕਰਕੇ, ਆਪੇ ਸ਼ਬਦ ਦੇ ਰਸ ਵਿੱਚ ਉਹਨੂੰ ਟਿਕਾ ਦਿੰਦਾ, ਕਿਉਂਕਿ ਬੰਦੇ ਦੇ ਆਪਣੇ ਵਸ ਦੀ ਗੱਲ ਨਹੀਂ ਆਪ ਟਿਕਦਾ। ਅੱਗੇ ਮਹਾਰਾਜ ਨੇ ਫਿਰ ਕਿਹਾ ਮਨਮੁਖ ਭੂਲਾ ਠੌਰ ਨਾ ਪਾਏ। ਹੁਣ ਦੂਜਾ ਪੱਖ, ਜਿਹੜੇ ਨਹੀਂ ਟਿਕੇ ਮਨਮੁਖ ਹੋ ਗਏ, ਮਨ ਦੇ ਮਗਰ ਲੱਗ ਕੇ ਸਾਰੀ ਉਮਰ ਵਿਸ਼ੇ ਵਿਕਾਰਾਂ ਵਿੱਚ ਲੰਘ ਗਈ, ਉਹ ਬੰਦੇ ਇੱਕ ਥਾਂ ਤੇ ਟਿਕਦੇ ਨਹੀਂ, ਜਨਮ ਮਰਨ ਵਿੱਚ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਜੋ ਧੁਰ ਲਿਖਿਆ ਸੋ ਕਰਮ ਕਮਾਏ। ਮਹਾਰਾਜ ਨੇ ਕਿ ਉਹਨਾਂ ਦੀ ਵਿਆਖਿਆ ਵਿੱਚ ਐਵੇਂ ਨਿੰਦਿਆ ਨਾ ਕਰੀ ਜਾਈ। ਇਹ ਜੋ ਧੁਰ ਤੋਂ ਲਿਖਿਆ ਉਹ ਕਮਾ ਰਹੇ ਨੇ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਅੱਗੇ ਮਹਾਰਾਜ ਨੇ ਕਿਹਾ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੇ ਦੁਖ ਤਾਹਾ ਹੈ। ਵਿਕਾਰਾਂ ਵਿੱਚ ਰੱਤੇ ਰਹਿੰਦੇ, ਵਿਕਾਰਾਂ ਦੀ ਭਾਲ ਕਰਦੇ, ਮਾਇਆ ਵਿੱਚ ਰੱਤੇ ਰਹਿੰਦੇ, ਮਾਇਆ ਬਾਰੇ ਸੁਰਤ ਘੁੰਮਦੀ ਰਹਿੰਦੀ। ਗੁਰੂ ਕੋਲ ਬੈਠੇ ਵੀ ਹਿਸਾਬ ਲਾਉਂਦੇ ਰਹਿੰਦੇ, ਕਿੰਨੇ ਬਣ ਗਏ ਕਿੰਨੇ ਘਟ ਗਏ, ਉਹਨੂੰ ਦੇਣੇ ਉੱਥੋਂ ਲੈਣੇ। ਮਹਾਰਾਜ ਨੇ ਕਿਹਾ ਵਿਚਾਰੇ ਕੀ ਕਰਨ ਹੁਣ, ਉਹਨਾਂ ਦੀ ਸੁਰਤ ਸ਼ਬਦ ਦੀ ਪਕੜ ਨਹੀਂ ਕਰਦੀ, ਗੁਰੂ ਦੀ ਕਿਰਪਾ ਬਖਸ਼ਿਸ਼ ਨਹੀਂ ਹੋਈ। ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਝੀ ਮਾਹੇ। ਮਹਾਰਾਜ ਨੇ ਕਿਹਾ ਤੋਦੀ ਨਜ਼ਰ ਹੋਵੇ ਤਾਂ ਕੋਈ ਗੁਣ ਗਾਇਨ ਕਰ ਸਕਦਾ। ਜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤਾਂ ਆਪਾਂ ਜਪ ਸਕਦੇ ਸਤਨਾਮ ਸ੍ਰੀ ਵਾਹਿਗੁਰੂ, ਨਹੀਂ ਤਾਂ ਇੱਥੇ ਬਹਿ ਕੇ ਵੀ ਸੁਰਤ ਕਿਤੇ ਹੋਰ ਆ, ਧਿਆਨ ਹੋਰ ਹੈ, ਸਰੀਰ ਕਿਤੇ ਹੋਰ। ਅੱਜ ਮਹਾਰਾਜ ਨੇ ਕਿਹਾ ਫਿਰ ਉਹਦੀ ਉਸਤਤ ਕਰ, ਵਡਿਆਈ ਕਰ, ਉਹਦਾ ਸ਼ੁਕਰਾਨਾ ਕਰ, ਜਿਹਨੇ ਤੈਨੂੰ ਇਹ ਅਵਸਰ ਬਖਸ਼ਿਆ ਮਾਨਸ ਦੇਹੀ ਵਿੱਚ। ਤੂੰ ਆਪ ਸੱਚਾ ਤੇਰੀ ਬਾਣੀ ਸੱਚੀ, ਆਪੇ ਅਲਖ ਥਾਹੇ। हे ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪ ਸੱਚੇ ਹੋ, ਤੁਹਾਡਾ ਉਪਦੇਸ਼ ਸਦਾ ਸਥਿਰ ਰਹਿਣ ਵਾਲਾ ਹੈ। हे ਅਕਾਲ ਪੁਰਖ ਵਾਹਿਗੁਰੂ, ਤੁਸੀਂ ਅਲਖ ਤੇ ਅਥਾਹ ਹੋ, ਤੁਹਾਨੂੰ ਲਖਿਆ ਨਹੀਂ ਜਾ ਸਕਦਾ, ਬਸ ਤੁਹਾਡੀ ਉਸਤਤ ਵਿੱਚ ਕਿਹਾ ਜਾ ਸਕਦਾ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਮਹਾਰਾਜ ਨੇ ਕਿਹਾ ਬਿਨ ਗੁਰ ਦਾਤੇ ਕੋਏ ਨਾ ਪਾਏ। ਗੁਰੂ ਦਾਤੇ ਤੋਂ ਬਗੈਰ ਇਹ ਦਾਤ ਨਹੀਂ ਮਿਲਦੀ। ਕਿਹੜੀ? ਜਿਹੜੀ ਆਪ ਜਪਾਏ ਜਪੈ ਸੋ ਨਾਉ। ਉਹ ਦਾਤ ਗੁਰੂ ਕਿਰਪਾ ਕਰਕੇ ਬਖਸ਼ਦੇ ਹਨ। ਲੱਖ ਕੋਟੀ ਜੇ ਕਰਮ ਕਮਾਏ, ਲੱਖਾਂ ਹੀ ਬੰਦਾ ਕਰੋੜਾਂ ਕਰਮ ਕਰੀ ਜਾਏ, ਮੈਂ ਕਰਮਾਂ ਨਾਲ ਰੱਬ ਨੂੰ ਪਾ ਲੈਣਾ। ਮਹਾਰਾਜ ਨੇ ਕਿਹਾ ਨਹੀਂ, ਕਰਮਾਂ ਨਾਲ ਪਾ ਨਹੀਂ ਸਕਦਾ, ਕਰਮਾਂ ਨਾਲ ਵਿਛੜਿਆ ਹੋਇਆ, ਪ੍ਰਾਪਤੀ ਕਿਰਪਾ ਨਾਲ ਹੋਣੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਪਾ ਨਾਲ ਮਿਲਾਪ ਹੈ, ਗੁਰ ਕਿਰਪਾ ਤੇ ਘਟ ਅੰਤਰ ਵਸਿਆ। ਗੁਰੂ ਦੀ ਕਿਰਪਾ ਨਾਲੋਂ ਅੰਦਰ ਹਿਰਦੇ 'ਚ ਵਸਦਾ। ਸ਼ਬਦ ਸੱਚ ਸਲਾਹ ਹੈ, ਗੁਰੂ ਦੀ ਸ਼ਬਦ ਸਿਫਤ ਸਲਾਹ ਦੇ ਅੰਦਰ ਉਹਦਾ ਮਨ ਫਿਰ ਟਿਕ ਜਾਂਦਾ ਹੈ। ਅੱਗੇ ਮਹਾਰਾਜ ਨੇ ਕਿਹਾ ਸੇ ਜਨ ਮਿਲੇ ਤੁਰ ਆਪ ਮਿਲਾਏ। ਉਹੀ ਮਿਲੇ ਜਿਨ੍ਹਾਂ ਨੂੰ ਧੁਰੋਂ ਵਾਹਿਗੁਰੂ ਨੇ ਨਜ਼ਰ ਕਰ ਦਿੱਤੀ। ਸਾਚੀ ਬਾਣੀ ਸ਼ਬਦ ਸੁਹਾਏ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਵਿੱਚ ਜੁੜ ਗਏ, ਮਾਲਕ ਪ੍ਰਭੂ ਨਾਲ ਜੁੜ ਗਏ।
ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਨ ਕਰਕੇ ਸੋਹਣਾ ਲੱਗਣ ਲੱਗ ਪਿਆ। ਮਨ ਜਾਗੇ ਕਿ ਇਹ ਹੈ ਨਿਸ਼ਾਨੀ, ਪ੍ਰਿਆ ਲੱਗੇ ਸਤਿਗੁਰ ਕੀ ਬਾਣੀ। ਉਹ ਚਾਉ ਨਾਲ ਗੁਰੂ ਦਾ ਉਪਦੇਸ਼ ਸੁਣਦੇ ਪੜ੍ਹਦੇ। ਮਹਾਰਾਜ ਨੇ ਕਿਹਾ, ਨਾਨਕ ਜਨ ਗੁਣ ਗਾਵੇ ਨਿਤ ਸੱਚ। ਰੱਬ ਦੇ ਪਿਆਰੇ ਜਨ ਸਦਾ ਹੀ ਉਹਦੇ ਗੁਣ ਗਾਉਂਦੇ। ਗੁਣ ਗਾਵੇ ਗੁਣੀ ਸਮਾਏ। ਗਾਉਂਦਿਆਂ ਗਾਉਂਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ। ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜਦੋਂ ਨਰੇੜ ਸਾਹਿਬ ਦੀ ਧਰਤੀ ਤੇ ਪਹੁੰਚ ਗਏ, ਅੱਜ ਉਹ ਵੀ ਦਿਨ ਹੈ, ਤਾਂ ਹਿੰਦੁਸਤਾਨ ਦਾ ਬਾਦਸ਼ਾਹ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਦਰ ਕਿਰਪਾ ਨਾਲ ਬਾਦਸ਼ਾਹ ਬਣਿਆ, ਮਹਾਰਾਜ ਦਾ ਸ਼ੁਕਰਾਨਾ ਤਾਂ ਉਹਨੇ ਆਗਰੇ ਕਰ ਦਿੱਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਨੰਦੇੜ ਸਾਹਿਬ ਪਹੁੰਚ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਿਆ, ਮਹਾਰਾਜ ਨੇ ਉਹਨੂੰ ਇੱਕ ਗੱਲ ਯਾਦ ਕਰਾਈ, ਬਹਾਦਰ ਸ਼ਾਹ ਤੇਰੇ ਨਾਲ ਸਾਡਾ ਇੱਕ ਸਮਝੌਤਾ ਹੋਇਆ ਸੀ। ਤੂੰ ਕਿਹਾ ਸੀ ਮੇਰੀ ਮਦਦ ਕਰੋ, ਰਾਜ ਦਿਵਾਓ। ਅਸੀਂ ਤੇਰੇ ਪਿਓ ਦੇ ਔਗਣ ਗਲਤੀਆਂ ਨਹੀਂ ਚਿਤਾਰੀਆਂ, ਤੇਰੀ ਮਦਦ ਕਰਕੇ ਰਾਜ ਦਿਵਾਇਆ। ਪਰ ਇੱਕ ਸਮਝੌਤਾ ਉਹ ਇਹ ਸੀ ਕਿ 4 ਬੰਦੇ ਤੂੰ ਸਾਡੇ ਹਵਾਲੇ ਕਰਨੇ ਸੀ, ਉਹ ਨਹੀਂ ਕੀਤੇ। ਵਜ਼ੀਰ ਖਾਂ ਸਰਹੰਦ ਦਾ ਨਵਾਬ, ਸਢੌਰੇ ਵਾਲੇ ਪੀਰ ਬੁੱਧੂ ਸ਼ਾਹ ਦੇ ਕਾਤਲ, ਸਮਾਣੇ ਵਾਲੇ ਜਲਾਦ, ਇਹ ਤੂੰ ਸਾਡੇ ਹਵਾਲੇ ਨਹੀਂ ਕੀਤੇ। ਉਹਨੇ ਕਿਹਾ, ਮਹਾਰਾਜ ਕੋਈ ਗੱਲ ਨਹੀਂ, ਥੋੜੇ ਦਿਨਾਂ ਦੀ ਮੋਹਲਤ ਦਿਓ। ਵਾਪਸ ਆ ਕੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਫਿਰ ਉਹ ਮੰਗ ਕਰ ਲਈ। ਹੁਣ ਉਹ ਕਹਿੰਦੇ ਨੇ ਬੰਦੇ ਦਿਓ। ਤਾਂ ਉਹਦੇ ਮੰਤਰੀਆਂ ਨੇ ਕਿਹਾ, ਜੀ ਹਕੂਮਤ ਦੀ ਹਾਰ ਹੈ, ਆਪਾਂ ਕਿਉਂ ਬੰਦੇ ਦਈਏ? ਜੇ ਤੁਸੀਂ ਉਹ ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਵਾਲੇ ਕੀਤੇ, ਇਸਲਾਮ ਵਿੱਚ ਤੁਹਾਡਾ ਵਿਦਰੋਹ ਪੈਦਾ ਹੋ ਜਾਏਗਾ। ਉਹਨੇ ਕਿਹਾ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਜਵਾਬ ਦੇਵਾਂ? ਤੇ ਮੰਤਰੀਆਂ ਨੇ ਕਿਹਾ, ਜਵਾਬ ਕੀ ਦੇਣਾ ਹੈ? ਕੋਈ ਕੀਮਤੀ ਚੀਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇ ਦੇ, ਉਹਨੇ ਆਪੇ ਧਿਆਨ ਉਧਰ ਹੋ ਜਾਣਾ। ਕਿਉਂਕਿ ਸੰਸਾਰ ਦਾ ਨਿਯਮ ਹੈ, ਸਾਮ ਦਾਮ ਦੰਡ ਭੇਦ। ਕਿਸੇ ਬੰਦੇ ਨੂੰ ਨੀਤੀ ਤੋਂ ਭਟਕਾਉਣੇ, ਉਹਦੇ ਰਸਤੇ ਤੋਂ ਉਹਨੂੰ ਦਾਮ ਦੇ ਦਿਓ, ਮੁੱਦਾ ਭੁੱਲ ਜਾਂਦਾ। ਕੌਮਾਂ ਦੀ ਅਗਵਾਈ ਕਰਨ ਵਾਲੇ ਲੋਕ ਕਈ ਵਾਰ ਕੌਮਾਂ ਨੂੰ ਹਰਾ ਦਿੰਦੇ ਨੇ। ਕਿਉਂ? ਕੋਈ ਚੀਜ਼ ਦੇ ਦਿੱਤੀ ਜਾਏ, ਮੁੱਦਾ ਭਟਕ ਜਾਂਦਾ ਹੈ। ਮੈਂ ਕੀ ਲੈਣਾ, ਮੈਨੂੰ ਜੋ ਚਾਹੀਦਾ ਸੀ ਮਿਲ ਗਿਆ। ਬਹਾਦਰ ਸ਼ਾਹ ਨੇ ਗੱਲ ਮੰਨੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਿਆ। ਲੈ ਕੇ ਪਤਾ ਕੀ, ਸਭ ਤੋਂ ਕੀਮਤੀ ਚਮਕਦਾ ਹੀਰਾ ਥਾਲ ਵਿੱਚ ਸਜਾਇਆ ਹੋਇਆ ਹੈ। ਮਹਾਰਾਜ ਨੂੰ ਜਾ ਕੇ ਨਮਸਕਾਰ ਕੀਤੀ। ਮਹਾਰਾਜ ਹੱਸ ਕੇ ਕਹਿੰਦੇ, ਗੋਦਾਵਰੀ ਦੇ ਕੰਢੇ ਬੈਠੇ ਸਨ, ਉੱਥੇ ਤੁਸੀਂ ਦਰਸ਼ਨ ਕਰਦੇ ਹੋ। ਤਾਂ ਮਹਾਰਾਜ ਕਹਿੰਦੇ, ਇਹ ਕੀ ਹੈ? ਬਹਾਦਰ ਸ਼ਾਹ ਨੇ ਕਿਹਾ, ਜੀ ਬੜਾ ਕੀਮਤੀ ਹੀਰਾ ਹੈ। ਪੂਰੇ ਹਿੰਦੁਸਤਾਨ ਦੀ ਦੌਲਤ ਇੱਕ ਪਾਸੇ, ਇਸ ਹੀਰੇ ਦੀ ਕੀਮਤ ਇੱਕ ਪਾਸੇ। ਮਹਾਰਾਜ ਇਹ ਬੜਾ ਬੇਸ਼ਕੀਮਤੀ ਹੀਰਾ ਹੈ। ਕਲਗੀਧਰ ਪਾਤਸ਼ਾਹ ਨੇ ਚੁੱਕ ਕੇ ਗੌਰ ਨਾਲ ਵੇਖਿਆ, ਹੱਸ ਕੇ ਕਿਹਾ, ਬੜਾ ਕੀਮਤੀ ਹੀਰਾ ਹੈ, ਪਰ ਬਹਾਦਰ ਸ਼ਾਹ ਸ਼ਾਇਦ ਤੂੰ ਭੁੱਲ ਗਿਆ, ਇਹ ਹੀਰਾ ਬੇਸ਼ੱਕ ਬੜਾ ਕੀਮਤੀ ਹੈ, ਪਰ ਇਸ ਹੀਰੇ ਦੀ ਕੀਮਤ ਗੁਰੂ ਗੋਬਿੰਦ ਸਿੰਘ ਨਾਲੋਂ ਜ਼ਿਆਦਾ ਨਹੀਂ ਹੋ ਸਕਦੀ। ਤੇਰਾ ਹੀਰਾ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਖਰੀਦ ਸਕਦਾ। ਮਹਾਰਾਜ ਨੇ ਚੁੱਕ ਕੇ ਬਹਿੰਦੀ ਨਦੀ ਗੋਦਾਵਰੀ ਸੁੱਟਿਆ। ਇਹ ਕਹਿੰਦਾ, ਮਹਾਰਾਜ ਇਹ ਕੀ ਕੀਤਾ, ਇੰਨਾ ਕੀਮਤੀ ਹੀਰਾ? ਹਜ਼ੂਰ ਨੇ ਬਾਹ ਪਕੜੀ, 2 ਪੌੜੀਆਂ ਭੋਏ ਨਾਲ ਲੈ ਗਏ, ਕੰਢੇ ਤੇ ਲਿਜਾ ਕੇ ਕਿ ਇੱਥੋਂ ਪਾਣੀ ਦਾ ਬੁੱਕ ਭਰ। ਜਦੋਂ ਨੇ ਹੱਥ ਭਰਿਆ, ਹੀਰਿਆਂ ਨਾਲ ਬੁੱਕ ਭਰ ਗਿਆ। ਮਹਾਰਾਜ ਨੇ ਕਿਹਾ, ਪਛਾਣ ਲਾ ਆਪਣਾ ਹੀਰਾ। ਏਦਾਂ ਦੇ ਹੀਰੇ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰੁਲਦੇ ਨੇ। ਬਹਾਦਰ ਸ਼ਾਹ, ਤੂੰ ਇਹ ਧਨ ਦੇ ਕੇ ਮੁੱਦੇ ਤੋਂ ਨਹੀਂ ਪਟਕਾ ਸਕਦਾ। ਜਾ ਹੁਣ ਦੋਸ਼ੀ ਤੇਰੇ ਤੋਂ ਨਹੀਂ ਮੰਗਾਂਗੇ, ਅਸੀਂ ਆਪੇ ਲੈ ਲਾਂਗੇ। ਜਿੱਥੇ ਹੀਰਾ ਸੁੱਟਿਆ, ਉੱਥੇ ਅੱਜ ਗੁਰਦੁਆਰਾ ਹੀਰਾ ਘਾਟ ਸਾਹਿਬ ਬਣਿਆ। ਉੱਥੋਂ ਬਿਲਕੁਲ ਕੁਝ ਫਰਲਾਂਗ ਤੇ ਅੱਗੇ ਅੱਜ ਦੇ ਦਿਨ ਮਹਾਰਾਜ ਨੇ ਫਿਰ ਸਿੱਖ ਕੱਲਿਆ, ਜਾਓ ਉੱਥੋਂ ਮਾਧੋ ਦਾਸ ਵਿਰਾਗੀ ਭਾਵ ਬੰਦਾ ਸਿੰਘ ਬਹਾਦਰ ਨੂੰ ਬੁਲਾ ਕੇ ਲਿਆਓ, ਜਿੱਥੇ ਗੁਰਦੁਆਰਾ ਬੰਦਾ ਘਾਟ ਹੈ। 3 ਸਤੰਬਰ ਨੂੰ ਮਹਾਰਾਜ ਨੇ ਉਹਨੂੰ ਖੰਡੇ ਬਾਟੇ ਦੀ ਪੋਲ ਛਕਾ ਦਿੱਤੀ ਸੀ। ਅੱਜ ਦੇ ਦਿਨ ਕੋਲ ਸੱਦ ਕੇ ਕਿਹਾ ਸੀ, ਬੰਦਾ ਸਿੰਘ ਬਹਾਦਰ, ਜਾ ਹੁਣ ਤੂੰ ਪੰਜਾਬ ਵੱਲ ਜਾਣਾ, ਇਹਨਾਂ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦੇਣੀ। ਕਹਿਣ ਤੋਂ ਭਾਵ, ਗੁਰੂ ਦੇ ਦਰ ਉੱਤੇ ਕੋਈ ਬੰਦਾ ਕਵੇ ਕਿ ਮੈਂ ਪੈਸੇ ਨਾਲ, ਧਨ ਦੌਲਤ ਨਾਲ, ਗਿਆਨ ਨਾਲ ਗੁਰੂ ਨੂੰ ਖਰੀਦ ਲਾਂ, ਇਹ ਮੂਰਖਤਾ ਹੈ। ਗੁਰੂ ਸਿਰਫ ਪ੍ਰੇਮ ਨਾਲ ਮਿਲਦਾ ਹੈ। ਤਾਈਓ ਮਹਾਰਾਜ ਨੇ ਕਿਹਾ, ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਨਦਰ ਕਿਰਪਾ ਕਰਨ, ਬਹੁਤ ਵੱਡੇ ਸਥਾਨ ਤੇ ਜੁੜ ਬੈਠੇ ਹੋ। ਦੁਨੀਆ ਵਿੱਚ ਬੰਗਲੇ ਬੜੇ ਨੇ, ਆਲੀਸ਼ਾਨ ਬੰਗਲੇ ਬਣੇ ਨੇ, ਯਾਦਗਾਰਾਂ ਰਾਜਿਆਂ ਦੀਆਂ ਬੰਗਲੇ ਰਹਿ ਗਈਆਂ, ਪਰ ਸਾਧ ਸੰਗਤ, ਇਸ ਧਰਤੀ ਉੱਤੇ ਦੁਨੀਆ ਵਿੱਚ ਇੱਕੋ ਇੱਕ ਬੰਗਲਾ ਹੈ ਜਿਹਨੂੰ ਲੋਕ ਬੰਗਲਾ ਸਾਹਿਬ ਕਹਿ ਕੇ ਮੱਥਾ ਟੇਕਦੇ ਨੇ। ਕਿਉਂ? ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨ ਪਏ ਹੋਏ ਨੇ। ਸਤਿਗੁਰੂ ਨਦਰ ਕਿਰਪਾ ਕਰਨ, ਇਹ ਧਰਤੀ ਭਾਗਾਂ ਵਾਲੀ ਹੈ। ਸਾਡੇ ਵੀ ਭਾਗ ਵੱਡੇ ਹੋਣ।
ਨਦਰ ਕਿਰਪਾ ਸਤਿਗੁਰ ਜੀ ਬਖਸ਼ਿਸ਼ ਕਰਨ। ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਮੂਹ ਸੰਗਤਾਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਪ੍ਰਬੰਧ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਵਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਸ਼ੁਕਰ ਸ਼ੁਕਰਾਨੇ ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਹਨ। Shri Hare Krishna Piyaye Shri Hare Krishna Piyaye Jis dite sab dukh